ਸਰਵਾਈਕਲ ਪੇਨ, ਬੈਕ ਪੇਨ, ਡਿਸਕ ਪੇਨ, ਸ਼ੋਲਡਰਸ ਪੇਨ ਇਹ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਇਹ ਆਮ ਹੋ ਚੁੱਕੀ ਹੈ। ਫਿਜ਼ੀਓਥੈਰੇਪਿਸਟ ਦੇ ਕੋਲ ਲੋਕ ਜਾਂਦੇ ਨੇ। ਫਿਜ਼ੀਓਥੈਰੇਪੀ ਇਹਦੇ ਲਈ ਕਿੰਨੀ ਕੁ ਜ਼ਰੂਰੀ ਹੈ? ਪ੍ਰੋਪਰ ਅਸੈਸਮੈਂਟ ਇਵੈਲੂਏਸ਼ਨ ਕਰਦੇ ਆ ਕਿ ਉਹਦੇ ਕਿਹੜੇ ਸੌਫਟ ਟਿਸ਼ੂਜ਼ ਨੇ ਜਿਹੜੇ ਅਫੈਕਟਡ ਨੇ, ਕਿੰਨਾ ਕੁ ਡੈਮੇਜ ਹੋ ਚੁੱਕਿਆ ਜੁਆਇੰਟ, ਤੇ ਉਹਦੇ ਅਕੋਰਡਿੰਗ ਇਹਦਾ ਟ੍ਰੀਟਮੈਂਟ ਬਣਦਾ ਹੈ। ਤੇ ਜੇ ਸਹੀ ਤਰੀਕੇ ਟ੍ਰੀਟਮੈਂਟ ਕੀਤਾ ਜਾਏ ਤੇ 100% ਪੇਸ਼ੈਂਟ ਨੂੰ ਰਿਲੀਫ ਵੀ ਮਿਲਦਾ ਤੇ ਰਿਜ਼ਲਟ ਵੀ ਆਉਂਦਾ ਹੈ। ਸਰ ਸਭ ਤੋਂ ਜ਼ਿਆਦਾ ਇਹਦੇ 'ਚ ਕੀ ਫੈਕਟਰਸ ਕਾਜ਼ ਕਰ ਰਹੇ ਨੇ? ਆਪਣਾ ਸਟ੍ਰੈਸ, ਲਾਈਫਸਟਾਈਲ, ਪੂਅਰ ਨਿਊਟ੍ਰੀਸ਼ਨ, ਹੈ ਨਾ। ਤੁਸੀਂ ਦੇਖੋ ਕਿੰਨਾ ਜ਼ਿਆਦਾ ਫਾਸਟ ਫੂਡ ਤੇ ਜੰਕ ਫੂਡ ਵੱਧ ਗਿਆ ਹੈ, ਮਤਲਬ ਕਿੰਨੀ ਆਪਣੀ ਹੈਲਥ ਅਫੈਕਟ ਹੋ ਰਹੀ ਹੈ। ਤੇ ਜਦ ਅੰਦਰੂਨੀ ਹੀ ਸਰੀਰ ਕਮਜ਼ੋਰ ਨੇ ਤੇ ਉਹ ਬਾਹਰ ਤਾਂ ਮਾਸਪੇਸ਼ੀਆਂ, ਹੱਡੀਆਂ, ਨਸਾਂ ਨੂੰ ਕਰੇਗਾ ਹੀ ਕਰੇਗਾ ਨਾ ਅਫੈਕਟ। ਅੱਜ ਕੱਲ੍ਹ ਲੋਕ ਇਹ ਵੀ ਕਹਿੰਦੇ ਆ ਕਿ ਫਿਜ਼ੀਓਥੈਰੇਪਿਸਟ ਕੋਲ ਜਾਂਦੇ ਆ, ਉਹ ਵੀ ਤਾਂ ਇੱਕ ਐਕਸਰਸਾਈਜ਼ ਹੀ ਕਰਵਾਉਂਦੇ ਨੇ। ਇਹੀ ਐਕਸਰਸਾਈਜ਼ ਜੇ ਆਪਾਂ ਘਰਾਂ ਦੇ ਵਿੱਚ ਬੈਠ ਕੇ ਨੋਰਮਲ ਡੇਜ਼ ਦੇ ਵਿੱਚ ਹੀ ਕਰ ਲਈਏ ਤਾਂ ਸਾਨੂੰ ਇਹ ਪ੍ਰੋਬਲਮ ਨਾ ਆਵੇ। ਕੀ ਇਹ ਵਿਦਆਊਟ ਐਕਸਰਸਾਈਜ਼ ਵੀ ਇਹ ਪ੍ਰੋਬਲਮ ਜਿਹੜੀ ਹੋ ਰਹੀ ਹੈ ਮੰਨਿਆ ਜਾ ਸਕਦਾ ਕਿ ਹਾਂ ਬਿਨਾਂ ਐਕਸਰਸਾਈਜ਼ ਦੇ ਇਹ ਸਰੀਰ ਦੇ ਵਿੱਚ ਪ੍ਰੋਬਲਮ ਆ ਰਹੀ ਹੈ? ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਹਰ ਘਰ ਦੇ ਵਿੱਚ ਦੂਸਰੇ ਇਨਸਾਨ ਨੂੰ ਸ਼ੋਲਡਰ ਪੇਨ, ਬੈਕ ਪੇਨ, ਡਿਸਕ ਪੇਨ ਤੇ ਸਰਵਾਈਕਲ ਪੇਨ ਹੈ। ਇਹਦਾ ਕਾਰਨ ਕੀ ਹੈ? ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ? ਅੱਜ ਦੇ ਟਾਈਮ ਦੇ ਉੱਤੇ ਪ੍ਰੋਬਲਮਸ ਜਿਹੜੀਆਂ ਨੇ ਲੋਕਾਂ ਨੂੰ ਕਿਉਂ ਜ਼ਿਆਦਾ ਆ ਰਹੀਆਂ ਨੇ? ਫਿਜ਼ੀਓਥੈਰੇਪਿਸਟ ਦੇ ਕੋਲ ਅਕਸਰ ਦੇਖਦੇ ਹਾਂ ਅਸੀਂ, ਲੋਕ ਜਾਂਦੇ ਨੇ, ਫਿਜ਼ੀਓਥੈਰੇਪੀ ਲੈਂਦੇ ਨੇ। ਇਹਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਪ੍ਰਭਾਵ ਹੈ? ਸਾਰੀ ਗੱਲਬਾਤ ਕਰਦੇ ਹਾਂ। ਮੇਰੇ ਨਾਲ ਡਾਕਟਰ ਦਿਵਤਾ ਅਰੋੜਾ ਫਿਜ਼ੀਓਥੈਰੇਪਿਸਟ ਮੌਜੂਦ ਨੇ। ਮੈਮ, ਅੱਜ ਦੇ ਟਾਈਮ ਤੇ ਦੇਖਿਆ ਜਾ ਰਿਹਾ ਹੈ ਕਿ ਸਰਵਾਈਕਲ ਪੇਨ, ਬੈਕ ਪੇਨ, ਡਿਸਕ ਪੇਨ, ਸ਼ੋਲਡਰਸ ਪੇਨ ਇਹ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਇਹ ਆਮ ਹੋ ਚੁੱਕੀ ਹੈ। ਫਿਜ਼ੀਓਥੈਰੇਪਿਸਟ ਦੇ ਕੋਲ ਲੋਕ ਜਾਂਦੇ ਨੇ। ਫਿਜ਼ੀਓਥੈਰੇਪੀ ਇਹਦੇ ਲਈ ਕਿੰਨੀ ਕੁ ਜ਼ਰੂਰੀ ਹੈ? ਸਰ ਫਿਜ਼ੀਓਥੈਰੇਪੀ ਦਾ ਬਹੁਤ ਮੇਜਰ ਰੋਲ ਹੈ ਜਦ ਵੀ ਅਸੀਂ ਜੋੜਾਂ ਦੀ ਤੇ ਮਾਸਪੇਸ਼ੀਆਂ ਦੀ ਤਕਲੀਫ ਦੀ ਗੱਲ ਕਰਦੇ ਹਾਂ। ਠੀਕ ਹੈ, ਜਦ ਵੀ ਕੋਈ ਪੇਸ਼ੈਂਟ ਸਾਡੇ ਕੋਲ ਬੈਕ ਪੇਨ, ਨੈਕ ਪੇਨ, ਫਰੋਜ਼ਨ ਸ਼ੋਲਡਰ ਜਾਂ ਅਰਥਰਾਈਟਸ, ਨੀ ਪੇਨ ਦੇ ਨਾਲ ਆਂਦਾ ਹੈ, ਅਸੀਂ ਉਹਦੀ ਪ੍ਰੋਪਰ ਅਸੈਸਮੈਂਟ ਇਵੈਲੂਏਸ਼ਨ ਕਰਦੇ ਹਾਂ ਕਿ ਉਹਦੇ ਕਿਹੜੇ ਸੌਫਟ ਟਿਸ਼ੂਜ਼ ਨੇ ਜਿਹੜੇ ਅਫੈਕਟਡ ਨੇ, ਕਿੰਨਾ ਕੁ ਡੈਮੇਜ ਹੋ ਚੁੱਕਿਆ ਜੁਆਇੰਟ, ਤੇ ਉਹਦੇ ਅਕੋਰਡਿੰਗ ਹੀ ਇਹਦਾ ਟ੍ਰੀਟਮੈਂਟ ਬਣਦਾ ਹੈ। ਤੇ ਜੇ ਸਹੀ ਤਰੀਕੇ ਟ੍ਰੀਟਮੈਂਟ ਕੀਤਾ ਜਾਏ ਤੇ 100% ਪੇਸ਼ੈਂਟ ਨੂੰ ਰਿਲੀਫ ਵੀ ਮਿਲਦਾ ਤੇ ਰਿਜ਼ਲਟ ਵੀ ਆਉਂਦਾ ਹੈ। ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗਾ, ਇਹ ਹੁੰਦੇ ਕਿਉਂ ਹੈ? ਸਰ ਮੇਨ ਪ੍ਰੋਬਲਮ ਜੋ ਅੱਜ ਕੱਲ੍ਹ ਦੇਖੀ ਜਾ ਰਹੀ ਹੈ ਉਹ ਹੈ ਪੋਸਚਰ। ਠੀਕ ਹੈ, ਤੇ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ। ਸਰ ਸਭ ਤੋਂ ਜ਼ਿਆਦਾ ਇਹਦੇ 'ਚ ਕੀ ਫੈਕਟਰਸ ਕਾਜ਼ ਕਰ ਰਹੇ ਨੇ? ਆਪਣਾ ਸਟ੍ਰੈਸ, ਲਾਈਫਸਟਾਈਲ, ਪੂਅਰ ਨਿਊਟ੍ਰੀਸ਼ਨ, ਹੈ ਨਾ। ਤੁਸੀਂ ਦੇਖੋ ਕਿੰਨਾ ਜ਼ਿਆਦਾ ਫਾਸਟ ਫੂਡ ਤੇ ਜੰਕ ਫੂਡ ਵੱਧ ਗਿਆ ਹੈ, ਮਤਲਬ ਕਿੰਨੀ ਆਪਣੀ ਹੈਲਥ ਅਫੈਕਟ ਹੋ ਰਹੀ ਹੈ। ਤੇ ਜਦ ਅੰਦਰੂਨੀ ਹੀ ਸਰੀਰ ਕਮਜ਼ੋਰ ਨੇ ਤੇ ਉਹ ਬਾਹਰ ਤਾਂ ਮਾਸਪੇਸ਼ੀਆਂ, ਹੱਡੀਆਂ, ਨਸਾਂ ਨੂੰ ਕਰੇਗਾ ਹੀ ਕਰੇਗਾ ਨਾ ਅਫੈਕਟ। ਇਸੇ ਕਰਕੇ ਸਾਰੀ ਪ੍ਰੋਬਲਮਸ ਜੋ ਨੇ ਅੱਜ ਕੱਲ੍ਹ ਜ਼ਿਆਦਾ ਹੋ ਰਹੀਆਂ ਨੇ ਤੇ ਕੁਝ ਜਾਗਰੂਕਤਾ ਵੱਧ ਗਈ ਹੈ ਤੇ ਇਸ ਲਈ ਕੇਸਿਸ ਜ਼ਿਆਦਾ ਆ ਰਹੇ ਨੇ। ਅੱਜ ਕੱਲ੍ਹ ਲੋਕ ਇਹ ਵੀ ਕਹਿੰਦੇ ਆ ਕਿ ਫਿਜ਼ੀਓਥੈਰੇਪਿਸਟ ਕੋਲ ਜਾਂਦੇ ਆ, ਉਹ ਵੀ ਤਾਂ ਇੱਕ ਐਕਸਰਸਾਈਜ਼ ਹੀ ਕਰਵਾਉਂਦੇ ਨੇ। ਇਹੀ ਐਕਸਰਸਾਈਜ਼ ਜੇ ਆਪਾਂ ਘਰਾਂ ਦੇ ਵਿੱਚ ਬੈਠ ਕੇ ਨੋਰਮਲ ਡੇਜ਼ ਦੇ ਵਿੱਚ ਹੀ ਕਰ ਲਈਏ ਤਾਂ ਸਾਨੂੰ ਇਹ ਪ੍ਰੋਬਲਮ ਨਾ ਆਵੇ। ਕੀ ਇਹ ਵਿਦਆਊਟ ਐਕਸਰਸਾਈਜ਼ ਵੀ ਇਹ ਪ੍ਰੋਬਲਮ ਜਿਹੜੀ ਹੋ ਰਹੀ ਹੈ ਮੰਨਿਆ ਜਾ ਸਕਦਾ ਕਿ ਹਾਂ ਬਿਨਾਂ ਐਕਸਰਸਾਈਜ਼ ਦੇ ਇਹ ਸਰੀਰ ਦੇ ਵਿੱਚ ਪ੍ਰੋਬਲਮ ਆ ਰਹੀ ਹੈ? ਬਿਲਕੁਲ ਸਰ, ਲੈਕ ਆਫ ਐਕਸਰਸਾਈਜ਼ ਤਾਂ ਸਭ ਤੋਂ ਪ੍ਰਾਈਮ ਰੀਜ਼ਨ ਹੈ ਇਹ ਸਾਰੀ ਪ੍ਰੋਬਲਮਸ ਦਾ। ਲੇਕਿਨ ਮੈਂ ਇਹ ਜਾਣਕਾਰੀ ਦੇਣਾ ਚਾਹੂੰਗੀ ਸਾਰੇ ਸਾਰੇ ਆਪਣੇ ਵਿਊਅਰਸ ਨੂੰ ਕਿ ਅਸੀਂ ਜੋ ਐਕਸਰਸਾਈਜ਼ਸ ਸੈੱਟ ਦੇ ਰਹੇ ਹਾਂ ਪੇਸ਼ੈਂਟ ਨੂੰ, ਉਹਦੀ ਪ੍ਰੋਬਲਮ ਰਿਲੇਟਿਡ ਦੇ ਰਹੇ ਹਾਂ ਸਰ। ਇੱਕ ਹੁੰਦਾ ਪ੍ਰੀਵੈਂਟਿਵ ਕੇਅਰ, ਇੱਕ ਹੁੰਦਾ ਟ੍ਰੀਟਮੈਂਟ। ਪ੍ਰੀਵੈਂਟਿਵ ਕੇਅਰ ਦੇ ਵਿੱਚ ਸਾਰੀ ਜਨਰਲਾਈਜ਼ਡ ਐਕਸਰਸਾਈਜ਼ਸ ਆ ਜਾਂਦੀਆਂ ਨੇ ਵੀ ਅਸੀਂ ਕਿਸੇ ਪ੍ਰੋਬਲਮ ਤੋਂ ਕਿਵੇਂ ਬਚਣਾ ਹੈ, ਉਹਦੇ ਵਾਸਤੇ ਅਸੀਂ ਉਹ ਰੂਟੀਨ 'ਚ ਕਰਦੇ ਰਹੀਏ। ਠੀਕ ਹੈ, ਜਿਵੇਂ ਸਮਝੋ ਕਿ ਬਜ਼ੁਰਗਾਂ ਵਾਸਤੇ ਇੱਕ ਸੈੱਟ ਆਫ ਐਕਸਰਸਾਈਜ਼ਸ ਅਸੀਂ ਦੇ ਦਿੱਤਾ ਕਿ ਇਹ ਤੁਸੀਂ ਕਰਦੇ ਰਹੋ ਵੀ ਤੁਹਾਨੂੰ ਫਰੋਜ਼ਨ ਸ਼ੋਲਡਰ ਹੋਵੇ ਹੀ ਨਾ, ਤੁਹਾਨੂੰ ਕਮਰ ਦਾ ਦਰਦ ਹੋਵੇ ਹੀ ਨਾ। ਤੇ ਇੱਕ ਹੁੰਦਾ ਕਿ ਜਦ ਉਹ ਦਰਦ ਬੈਠ ਗਿਆ, ਉਹ ਪ੍ਰੋਬਲਮ ਇੱਕ ਸ਼ੁਰੂ ਹੋ ਹੀ ਚੁੱਕੀ ਹੈ, ਉਸ ਤੋਂ ਬਾਅਦ ਉਹਨੂੰ ਟਰੀਟ ਕਰਨ ਵਾਸਤੇ ਕੁਝ ਪਰਟੀਕੂਲਰ ਸੈੱਟ ਆਫ ਐਕਸਰਸਾਈਜ਼ਸ ਦੇ ਪ੍ਰੋਟੋਕੋਲਸ ਨੇ ਜੋ ਕਿ ਅਸੀਂ ਬਹੁਤ ਜ਼ਿਆਦਾ ਰਿਸਰਚ ਬੇਸਡ, ਐਵੀਡੈਂਸ ਬੇਸਡ ਪ੍ਰੈਕਟਿਸ ਕਰਦੇ ਹਾਂ ਆਪਣੇ ਪੇਸ਼ੈਂਟਸ ਦੇ ਉੱਤੇ, ਤਾਂ ਹੀ ਉਹਨਾਂ ਦੀ ਪ੍ਰੋਬਲਮ ਜੋ ਹੈ ਉਹ ਸੋਲਵ ਹੋ ਜਾਂਦੀ ਹੈ। ਮੋਬਾਈਲ ਹਰ ਇੱਕ ਇਨਸਾਨ ਦੀ ਨੀਡ ਬਣ ਚੁੱਕਿਆ, ਇਸ ਦੇ ਬਿਨਾਂ ਕੋਈ ਗੁਜ਼ਾਰਾ ਨਹੀਂ ਹੈ। ਮੋਬਾਈਲ ਫੋਨ ਜਦੋਂ ਯੂਜ਼ ਕਰਦੇ ਨੇ ਉਦੋਂ ਵੀ ਦੇਖਿਆ ਕਿ ਲੋਕਾਂ ਨੂੰ ਸਰਵਾਈਕਲ ਪੇਨ ਹੁੰਦੀ ਹੈ। ਕੀ ਮੋਬਾਈਲ ਦੇ ਨਾਲ ਇਹ ਸਰਵਾਈਕਲ ਪੇਨ ਹੋ ਸਕਦੀ ਹੈ ਔਰ ਇਹ ਤੋਂ ਕਿਵੇਂ ਬਚਿਆ ਜਾ ਸਕਦਾ? ਮੋਬਾਈਲ ਫੋਨ ਕਿਵੇਂ ਯੂਜ਼ ਕਰੀਏ ਜਿਹੜਾ ਸਾਨੂੰ ਸਰਵਾਈਕਲ ਪੇਨ ਨਾ ਹੋਵੇ? ਸਰ ਅੱਜ ਕੱਲ੍ਹ ਸਾਰੀ ਦੇਖਿਆ ਗਿਆ ਅਸੀਂ ਵੀ ਆਪਣੀ ਪੂਰੀ ਲਾਈਫ ਹੀ ਜਿਹੜੀ ਹੈਗੀ ਹੈ ਨਾ ਉਹ ਮੋਬਾਈਲ 'ਤੇ ਡਿਪੈਂਡ ਹੋ ਚੁੱਕੀ ਹੈ ਹਰ ਕੰਮ ਵਾਸਤੇ, ਜਿਸ ਕਾਰਨ ਉਹਦੀ ਐਕਸੈਸਿਵ ਯੂਜ਼ੇਜ ਹੈ। ਮੈਨੂੰ ਤਾਂ ਇਹ ਲੱਗਦਾ ਹੈ ਕਿ ਵੀ ਜੇ ਨਹੀਂ ਵੀ ਯੂਜ਼ ਹੈ ਨਾ ਤਾਂ ਅਸੀਂ 5-5 ਮਿੰਟ ਬਾਅਦ ਚੱਕ ਕੇ ਦੇਖ ਲੈਂਦੇ ਹਾਂ ਵੀ ਕੋਈ ਨੋਟੀਫਿਕੇਸ਼ਨ ਤਾਂ ਨਹੀਂ ਤਾਂ ਇੰਸਟਾਗ੍ਰਾਮ ਸਕਰੋਲ ਕਰ ਲਿਆ, ਯੂਟਿਊਬ ਸਕਰੋਲ ਕਰ ਲਿਆ। ਸੋ ਜਿਤਨਾ ਜ਼ਿਆਦਾ ਇਸੇ ਸਕਰੀਨ ਟਾਈਮ ਹੈ ਜਿਹੜਾ ਇਹਨੂੰ ਵਧਾ ਰਹੇ ਹਾਂ, ਹੈ ਨਾ। ਇਹ ਨਾਟ ਓਨਲੀ ਇਨ ਮੋਬਾਈਲ ਯੂਜ਼ਰਸ, ਜਿੰਨੇ ਵੀ ਪੇਸ਼ੇ ਨੇ ਜਿਨ੍ਹਾਂ 'ਚ ਡੈਸਕ ਜੋਬ ਹੈ,
बैंकर्स, टीचर्स, आईटी सेक्टर, सब में ये प्रॉब्लम हो सकती है। क्यों? क्योंकि अगर हमारा जो आई एंगल है वो ठीक नहीं है, या हमने लॉन्ग ड्यूरेशन स्क्रीन टाइम किया और हमने रेस्ट नहीं दिया अपने मसल्स को, या उनको एक्सरसाइज नहीं करवाई, तो वो वहाँ पे प्रॉब्लम कॉज करेंगे ही करेंगे। ਆਫਿਸਿਸ ਦੇ ਵਿੱਚ ਦੇਖਿਆ ਜਾਂਦਾ ਕਿ ਬਹੁਤ ਵਧੀਆ ਚੇਅਰਸ ਵੀ ਪਈਆਂ ਹੁੰਦੀਆਂ ਨੇ ਜਿਨ੍ਹਾਂ ਦੀ ਸਿਟਿੰਗ ਜੌਬ ਆ, ਬਟ ਫਿਰ ਵੀ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਬੈਕ ਪੇਨ ਦੀ ਬਹੁਤ ਪ੍ਰੋਬਲਮ ਹੁੰਦੀ ਹੈ। ਇਸ ਤੋਂ ਕਿਵੇਂ ਬਚਿਆ ਜਾਵੇ? सर देखो, जितनी मर्जी आप अर्गोनॉमिक केयर बोला जाता है इस चीज़ को, ठीक है, जितना मर्जी वो बेटर यूज़ करें, लेकिन उस पर बैठने का तरीका ही जब तक नहीं आता, ठीक है, उसकी नॉलेज नहीं है हमें, या हम अपने कंफर्ट जोन में चले जाते हैं, ऐसे बैठ जाते हैं या झुक के ज़्यादा बैठते हैं, तो ये तो अब हमारी सेल्फ क्रिएटेड प्रॉब्लम्स है ना, इश्यूज़। तो हमें इनकी जानकारी लेना बहुत ज़रूरी है। नियरेस्ट फिजियोथेरेपिस्ट को आप वैसे भी मिल सकते हो जानकारी लेने के लिए भी, ठीक है, ताकि आप आपको पता है कि ये सब प्रॉब्लम्स आपके जो प्रोफेशन में है ये हो सकती हैं, ठीक है, तो आप उससे बच सकते हो। ਅੱਜ ਕੱਲ ਦੇਖਿਆ ਜਾ ਰਿਹਾ ਕਿ ਜਿਹੜੀ ਜੌਬਸ ਦੇ ਵਿੱਚ ਲੋਕ 8-8 ਘੰਟੇ ਦੀ ਜੌਬ ਕਰ ਰਹੇ ਨੇ, ਉਹਦੇ ਵਿੱਚ 3-3 4-4 ਘੰਟੇ ਤੋਂ ਆਪਣੀ ਚੇਅਰ ਤੋਂ ਹੀ ਨਹੀਂ ਉੱਠ ਰਹੇ। ਕੀ ਉਹਨਾਂ ਨੂੰ ਉਸ ਤੋਂ ਉੱਠਣਾ ਚਾਹੀਦਾ, ਆਪਣੀ ਬੋਡੀ ਨੂੰ ਇੱਕ ਵਾਰ ਫਿਰ ਤੋਂ ਰਿਲੀਫ ਦੇਣਾ ਚਾਹੀਦਾ? ਕਿੰਨੇ ਟਾਈਮ ਬਾਅਦ ਦੇਣਾ ਚਾਹੀਦਾ? बिल्कुल सर, देखो आपको मैं एक छोटी सी एग्जांपल देती हूँ। कोई भी पेशेंट आजकल किसी डॉक्टर को जाता है ना, हर बीमारी का कारण डॉक्टर की दस देने जी स्ट्रेस ना लो, लेकिन ਉਹਦਾ ਸੋल्यूशन भी तो दसना पैना ਆਪਾਂ ਨੂੰ कि वी हैव टू बैलेंस इट, है ना। अब स्ट्रेस तो है ही है, जब काम है वर्कलोड ज़्यादा होगा तो एवरीबडी फील कि आप पहले काम ख़त्म कर लिए बाद च रेस्ट ले लेंगे, बट नो, उनको ये समझना पड़ेगा कि जैसे जैसे आप काम कर रहे हैं, लाइक 40 मिनट्स के बाद ब्रेक लीजिए, अपने मसल्स को रिलैक्स कीजिए, डीप ब्रीदिंग कीजिए, उठ के अपनी चेयर से थोड़ी सी वॉक कीजिए, एंड वापस अपनी चेयर पे आके जब आप काम दोबारा करेंगे तो आपकी भी एफिशिएंसी बढ़ जाएगी काम करने की। ਸੋਸ਼ਲ ਮੀਡੀਆ ਤੇ ਇਹ ਵੀ ਦੇਖਿਆ ਜਾਂਦਾ ਹੈ ਕਿ ਹਰ ਇੱਕ ਦੂਸਰੀ ਵੀਡੀਓ ਦੇ ਵਿੱਚ ਫਿਜ਼ੀਓਥੈਰੇਪਿਸਟ ਬਣੇ ਹੋਏ ਕੋਈ ਨਾ ਕੋਈ ਤਰੀਕਾ ਦੱਸਦੇ ਨੇ ਕਿ ਤੁਸੀਂ ਆਪਣੀ ਪੇਨ ਤੋਂ ਇਦਾਂ ਰਿਲੀਫ ਪਾ ਸਕਦੇ ਹੋ। ਫਿਜ਼ੀਓਥੈਰੇਪਿਸਟ ਬਣਨ ਲਈ ਕੀ ਕਰਨਾ ਪੈਂਦਾ? सर देखो, जितने भी ये सोशल मीडिया के इन्फ्लुएंसर्स हैं ना, मेरी इनसे भी रिक्वेस्ट है कि प्लीज़ डॉक्टर्स मत बनिए, ठीक है जी। और जो व्यूअर्स हैं उनसे ये रिक्वेस्ट है कि सही जानकारी को ही फॉलो कीजिए। अगर आपको कोई जानकारी सही लग रही है, आप अपने फैमिली डॉक्टर से या अपने फिजियोथेरेपिस्ट से उस जानकारी को शेयर करिए पहले, उसके बाद उसको फॉलो करिए। और जितने हमने आज तक ये देखे हैं इन्फ्लुएंसर्स में भी, हमने ये भी देखे हैं कि उसमें से काफ़ी लोग ऐसे हैं जो कि बिना डिग्री के हैं। अब फिजियोथेरेपी करने के लिए पहले 5 साल की बैचलर्स डिग्री है, उसी में इंटर्नशिप होती है, उसके बाद 2 साल की मास्टर डिग्री है। और मास्टर डिग्री सर जिस तरह से ऑर्थोपेडिशियन होता है, इसी तरह से मास्टर्स फिजियोथेरेपी इन ऑर्थोपेडिक्स होता है। जैसे न्यूरोलॉजिस्ट हैं वैसे न्यूरो की स्पेशलाइजेशन है, गायनी ऑब्स की है, कार्डियोपल्मनरी की है। तो अगर आपको ये भी जानकारी है कि आपका कोई ऐसी प्रॉब्लम है, अब जैसे स्पोर्ट्स में भी हैं स्पेशलिस्ट कि मसल की कोई चलो टीयर हो गई है ना, अब उसके लिए आप एक स्पेशलाइज्ड फिजियोथेरेपिस्ट के पास, सीनियर फिजियोथेरेपिस्ट के पास जाएंगे तो बेटर रिजल्ट ही मिलेगा, क्योंकि उसकी स्पेशलाइजेशन वो है। ਡਾਕਟਰ ਤੇ ਫਿਜ਼ੀਓਥੈਰੇਪਿਸਟ ਦੇ ਵਿੱਚ ਕੀ ਫਰਕ ਹੁੰਦਾ? सर डॉक्टर्स का जो काम है वो है कॉज तक जाना, उसको डायग्नोस करना, जहाँ मेडिसिन ट्रीटमेंट चाहिए या सर्जिकल ट्रीटमेंट चाहिए उनका वो काम है। और फिजियोथेरेपिस्ट उनके एसोसिएटेड टीम्स में भी आ जाते हैं, रिहैबिलिटेशन प्रोग्राम्स में वो मेंबर हैं। और एक पेशेंट को फॉर एग्जांपल कोई सर्जरी हुई है, आजकल हमें पता है कि घुटने बदलने की सर्जरी बहुत कॉमन है, तो उसके बाद पेशेंट को वापस उसकी लाइफ में नॉर्मल करने में फिजियोथेरेपिस्ट का बहुत बड़ा रोल है। सर्जरी तो बाद फिजियोथेरेपी कंपलसरी है? सर सर्जरी के बाद पेशेंट की एक्टिविटी कितनी अचीव हो चुकी है वो डिसाइड करती है कि फिजियोथेरेपिस्ट कितनी देर लंबी, मतलब फिजियोथेरेपी ट्रीटमेंट कितना लंबा चलेगा। मैं ये लाइन दोबारा बोल देती हूँ कि फिजियोथेरेपी ट्रीटमेंट कितना लंबा चलेगा, ठीक है, और कितने मतलब हफ्ते में कितने दिन चलेगा वो भी वेरी करता है। अब जिसके मसल्स ज़्यादा स्ट्रॉन्ग होंगे उसको कम ज़रूरत पड़ेगी, ठीक है, जिसके मसल्स बहुत ज़्यादा वीक हैं या ओबेसिटी की वजह से कोई प्रॉब्लम है या शुगर है, बीपी है, इससे भी रिकवरी पे इफ़ेक्ट आता ही आता है, तो उसमें थोड़ा टाइम ज़्यादा लगता है। ਜਿਮ ਦੇ ਵਿੱਚ ਐਕਸਰਸਾਈਜ਼ਸ ਦੇ ਦੌਰਾਨ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ, ਉਸ ਟਾਈਮ ਦੇ ਉੱਤੇ ਕਿਵੇਂ ਉਹ ਆਪਣੇ ਸਰੀਰ ਦਾ ਖਿਆਲ ਰੱਖਣ ਤਾਂ ਜੋ ਇਦਾਂ ਦੀਆਂ ਇੰਜਰੀਜ਼ ਨਾ ਆਉਣ? सर जब भी वार्म अप
करना बहुत इंपॉर्टेंट है, और जब वो वार्म अप कर रहे हैं उसके बाद उनको लिमिटेशन अपनी पता होनी चाहिए मसल की क्या है। अगर उसको ओवरलोड करेंगे तो वो मसल इंजरी होगी ही होगी, ठीक है। उसको प्रिवेंट करने के लिए क्या है, प्रॉपर वार्म अप करें, प्रॉपर कूल डाउन करें, और अपनी लिमिट्स को कभी क्रॉस नहीं करें। और ना सिर्फ मसल इंजरीज़ के लिए नहीं ये चीज़ लागू होती, ये जो कार्डिक अरेस्ट हैं जिम में हो रहे उसको भी प्रिवेंट करने के लिए ये बहुत इंपॉर्टेंट है फॉलो करना, कि आप इतना ज़्यादा हाई म्यूज़िक से या किसी को देख के ओवर एक्सरसाइज मत कर लीजिए कि आपकी हार्ट की कैपेसिटी से आपने ज़्यादा काम ले लिया, तो वो फिर प्रॉब्लम करेगा ही करेगा। ਸੋ ਜਿਮਸ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਹਾਰਟ ਅਟੈਕਸ ਆ ਜਾਂਦੇ ਨੇ, ਲੋਕਾਂ ਦੀ ਮੌਤ ਤੱਕ ਹੋ ਜਾਂਦੀ, ਉਹਦਾ ਕਾਰਨ ਕੀ ਹੈ? ਸਰ ਉਹਦਾ ਕਾਰਨ ਇਹੀ ਹੈ ਕਿ ਜਿਵੇਂ ਅਸੀਂ ਕੋਈ ਵਜਨ ਚੱਕਿਆ, ਠੀਕ ਹੈ, ਤੇ ਆਪਣਾ ਸਾਹ ਰੋਕ ਲੈਂਦੇ ਹਾਂ ਉਹਦੇ ਵਿੱਚ, ਠੀਕ ਹੈ, ਤੇ ਉਹਦੇ ਉੱਤੇ ਹਾਰਟ ਤੇ ਬਹੁਤ ਜ਼ਿਆਦਾ ਇੰਪੈਕਟ ਆਉਂਦਾ ਹੈ, ਬਹੁਤ ਜ਼ਿਆਦਾ ਅਸਰ ਆਉਂਦਾ ਹੈ। ਤੇ ਜੇ ਉਹਨੇ ਗਿਵ ਅਪ ਕਰਤਾ, ਠੀਕ ਹੈ, ਹਾਰਟ ਦੀ ਵੀ ਸਰਕੂਲੇਸ਼ਨ ਚੱਲ ਰਹੀ ਹੈ ਨਾ, ਤੇ ਜੇ ਉਹ ਸਰਕੂਲੇਸ਼ਨ ਘਟ ਗਈ ਉਸ ਵਕਤ, ਤੇ ਹਾਰਟ ਦੇ ਵਿੱਚ ਵੀ ਮਸਲਸ ਨੇ, ਉਸ ਮਸਲਸ ਨੂੰ ਉਹਨਾਂ ਸਰਕੂਲੇਸ਼ਨ ਆਕਸੀਜਨ ਨਹੀਂ ਮਿਲਿਆ, ਤੇ ਇਹਦੇ ਕਰਕੇ ਹੀ ਹਾਰਟ ਦੇ ਇਵੈਂਟਸ ਹੁੰਦੇ ਨੇ ਜਿਮਸ ਦੇ ਵਿੱਚ। ਅਕਸਰ ਦੇਖਿਆ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਆਉਂਦੀਆਂ ਨੇ, ਫਿਜ਼ੀਓਥੈਰੇਪਿਸਟ ਨੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਉਲਟਾ ਲਟਕਾਇਆ ਹੋਇਆ ਹੈਮਰਸ ਦੇ ਨਾਲ ਮਾਰਦੇ ਪਏ ਨੇ ਉਹਨਾਂ ਨੂੰ, ਤੁਸੀਂ ਵੀ ਇਹ ਸਭ ਕਰਦੇ हो? नहीं सर, ये बिल्कुल फॉल्स इन्फॉर्मेशन है। फिजियोथेरेपी में ऐसा कुछ भी नहीं होता। फिजियोथेरेपी एक बहुत ही नोबल प्रोफेशन है, एविडेंस बेस्ड प्रैक्टिस है, इसमें काफ़ी रिसर्च ऑलरेडी हो भी चुकी है और चल भी रही है। अब तो हमारे इंडिया में बहुत बहुत बेहतरीन कॉलेजेस एंड क्वालिटी ऑफ एजुकेशन रिगार्डिंग दिस प्रोफेशन बहुत इम्प्रूव हो चुकी है। तो सही जानकारी व्यूअर्स को ज़रूर आप दीजिए इस बारे में कि हमेशा क्वालिफाइड, सर्टिफाइड एंड रजिस्टर्ड फिजियोथेरेपिस्ट से ट्रीटमेंट लीजिए, ताकि आपको ये भरोसा हो कि आप सेफ हैंड्स में हो। ਸੋ ਮੈਮ ਇਹ ਵੀ ਦੇਖਿਆ ਜਾਂਦਾ ਅੱਜ ਕੱਲ ਐਕਟਿਵਾ ਜਿਹੜੀ ਆਮ ਹੋ ਗਈ, ਤੇ ਖਾਸ ਕਰਕੇ ਫੀਮੇਲਸ ਦੇ ਵਿੱਚ ਬੈਕ पेन और सर्वाइकल पेन बहुत ज़्यादा हो रही है, कि ये भी इसका कारण है? सर जो रोड्स की बात आप बता रहे हैं कि ठीक है, देखो थोड़ा बहुत स्ट्रक्चरल प्रॉब्लम्स तो हैं, लेकिन यस जितने आप एक्सरसाइजेस करते रहेंगे उतना आप बैक पेन और नेक से बचते भी रहेंगे। लेकिन फीमेल्स में जो मेन देखा गया कि ज़्यादा दिक्कत है वो यही है, लैक ऑफ एक्सरसाइज एंड उनकी जल्दी बोन्स का वीक हो जाना, ठीक है। तो उनके लिए तो ज़रूर मैं उन्हें ये कहना चाहूँगी कि 35 to 40 एज के बाद वो उनको ज़रूर डॉक्टर से मिलना चाहिए, और जो डेली न्यूट्रिशन सप्लीमेंट्स उनकी बॉडी के को रिक्वायर हैं वो ज़रूर लें, शुरू करें, ताकि एटलीस्ट उनमें ऑस्टियोपोरोसिस ना डिवेल्प हो। ਸੋ ਬਿਲਕੁਲ ਜਾਣਕਾਰੀ ਲਈ ਹੈ ਫਿਜ਼ੀਓਥੈਰੇਪਿਸਟ ਤੋਂ ਕਿਵੇਂ ਇਸ ਬਿਮਾਰੀਆਂ ਤੋਂ ਜਿਹੜਾ ਬਚਿਆ ਜਾ ਸਕਦਾ, ਖਾਸ ਕਰਕੇ ਸਰਵਾਈਕਲ ਔਰ ਜਿਹੜੀ ਡਿਸਕ ਪੇਨ ਹੈ ਉਹਦੇ ਵਿੱਚ ਜਿਹੜੀ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ। ਜੇ ਗੱਲ ਕਰੀਏ ਟੂ ਵੀਲਰਸ ਦੇ ਉੱਤੇ ਜਿਹੜੇ ਸਫ਼ਰ ਕਰ ਰਹੇ ਨੇ ਲੋਕ, ਜਾਂ ਫਿਰ ਜਿਹੜੇ ਆਫਿਸਿਸ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਇਹ ਪ੍ਰੋਬਲਮ ਬਹੁਤ ਜ਼ਿਆਦਾ ਸਤਾਉਂਦੀ ਹੈ, ਤੇ ਕਿਸ ਤਰੀਕੇ ਦੇ ਨਾਲ ਆਪਣੀ ਸਿਹਤ ਦਾ ਖਿਆਲ ਰੱਖਣਾ ਹੈ। ਜਿਹੜੀ ਫਿਜ਼ੀਓਥੈਰੇਪੀ ਜਿਹੜੀ ਤੁਸੀਂ ਲੈ ਰਹੇ ਹੋ ਉਹ ਕਿਹਦੇ ਤੋਂ ਲੈਣੀ ਹੈ, ਕਿ ਫਿਜ਼ੀਓਥੈਰੇਪਿਸਟ ਜਿਹੜਾ ਤੁਹਾਨੂੰ ਇਹ ਸਾਰੀ ਫਿਜ਼ੀਓਥੈਰੇਪੀ ਦੇ ਰਿਹਾ, ਐਕਸਰਸਾਈਜ਼ ਕਰਵਾ ਰਿਹਾ, ਕਿ ਉਹ ਵਾਕਈ ਸਹੀ ਹੈ ਜਾਂ ਨਹੀਂ ਹੈ। ਸਾਰੀ ਜਾਣਕਾਰੀ ਜਿਹੜੀ ਅਸੀਂ ਲਈ ਹੈ, ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ, ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਕਿਉਂਕਿ ਹਰ ਇੱਕ ਘਰ ਦੇ ਵਿੱਚ ਦੂਸਰਾ ਇਨਸਾਨ ਇਹਨਾਂ ਬਿਮਾਰੀਆਂ ਦੇ ਨਾਲ ਪੀੜਤ ਹੈ, ਤਾਂ ਜੋ ਉਹਨਾਂ ਨੂੰ ਇਹ ਜਾਣਕਾਰੀ ਮਿਲ ਸਕੇ ਤੇ ਉਹ ਆਪਣੀ ਸਿਹਤ ਦਾ ਖਿਆਲ ਰੱਖ ਸਕਣ। ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ, ਡੇਲੀ ਪੋਸਟ ਪੰਜਾਬੀ, ਲੁਧਿਆਣਾ।